ਟਿਊਸ਼ਨ ਫੀਸ ਦੇ ਵਿੱਚ ਵੀ ਸਪੈਸੀਫਿਕਲੀ ਜਿਹੜੀ ਸਾਡੀ ਡਿਮਾਂਡ ਸੀਗੀ ਕਿ ਕਾਫੀ ਜਿਹੜੇ ਸਕੂਲ ਸੀ ਉਹ ਆਨਲਾਈਨ ਕਲਾਸਿਸ ਨਾ ਲਗਾਉਣ ਦੇ ਬਾਵਜੂਦ ਵੀ ਫੀਸਾਂ ਚਾਰਜ ਕਰ ਰਹੇ ਨੇ। ਤਾਂ ਉਹਦੇ ਵਿੱਚ ਕੋਰਟ ਨੇ ਵੱਡਾ ਕੱਲ੍ਹ ਇੱਕ ਫੈਸਲਾ ਦਿੱਤਾ ਕਿ ਜਿਹੜੇ ਸਕੂਲਸ ਪਿਛਲੇ 7 ਮਹੀਨਿਆਂ ਤੋਂ ਜਿਹੜੇ ਆਨਲਾਈਨ ਕਲਾਸਿਸ ਦੇ ਰਹੇ ਨੇ ਸਿਰਫ ਉਹੀ ਫੀਸ ਚਾਰਜ ਕਰ ਸਕਦੇ ਨੇ। ਆਪਣੇ ਲੈਵਲ ਦੇ ਉੱਤੇ ਬੈਲੈਂਸ ਸ਼ੀਟਾਂ ਬਹੁਤ ਕਰੋੜਾਂ ਦੇ ਵਿੱਚ ਪ੍ਰੋਫਿਟ ਕਮਾ ਰਹੇ ਸੀ ਤੇ ਕਿਸੇ ਨੂੰ ਤੇ ਹਰ ਸਾਲ ਫੀਸਾਂ ਵੀ ਵਧਾਉਂਦੇ ਰਹਿੰਦੇ ਸੀ ਤੇ ਇਸ ਹਾਈ ਕੋਰਟ ਨੇ ਹੁਣ ਆਰਡਰ ਕੀਤਾ ਕਿ 2 ਹਫ਼ਤਿਆਂ ਦੇ ਅੰਦਰ ਪਿਛਲੇ 7 ਮਹੀਨੇ ਦੀ ਜਿਹੜੀ ਬੈਲੈਂਸ ਸ਼ੀਟਾਂ ਨੇ ਕਿ ਤੁਹਾਡੇ ਕਿੰਨੇ ਖਰਚੇ ਹੋਏ ਨੇ, ਕਿੰਨੀ ਤੁਹਾਡੀ ਇਨਕਮ ਹੋਈ ਆ, ਉਹਦਾ ਸਾਰਾ ਜਿਹੜਾ ਬਿਊਰਾ ਸੀਏ ਦੀ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਹੈ 2 ਹਫ਼ਤੇ ਦੇ ਅੰਦਰ ਫਾਈਲ ਕਰੋ ਹਾਈ ਕੋਰਟ ਦੇ ਵਿੱਚ। ਕਿ ਜਿਸ ਤਰ੍ਹਾਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਪਹਿਲਾਂ ਟਿਊਸ਼ਨ ਫੀਸ ਲਓ, ਤਾਂ ਸਕੂਲ ਵਾਲੇ ਕਾਫੀ ਸਕੂਲ ਵਾਲਿਆਂ ਨੇ ਆਪਣੀਆਂ ਟਿਊਸ਼ਨ ਫੀਸ ਹੀ ਵਧਾ ਦਿੱਤੀਆਂ ਸੀਗੀਆਂ ਕਿ ਸਾਰਾ ਕੁਝ ਹੀ ਉਸ ਦੇ ਵਿੱਚ ਜੋ ਫੰਡ ਹੁੰਦੇ ਨੇ ਇਹਨਾਂ ਦੇ ਉਸ ਦੇ ਵਿੱਚ ਹੀ ਇਨਕਲੂਡ ਕਰਕੇ ਟਿਊਸ਼ਨ ਫੀਸ ਉਹਨੂੰ ਬਣਾਤੀ ਸੀ। ਉਸ ਤੇ ਫਿਰ ਕਿਸ ਤਰ੍ਹਾਂ ਨੱਥ ਪਾਈ ਜਾਏਗੀ? ਇਹ ਉਸ ਤੋਂ ਵੱਧ 1 ਰੁਪਿਆ ਫੀਸ ਅੱਗੇ ਵੱਧ ਨਹੀਂ ਚਾਰਜ ਕਰ ਸਕਦੇ। ਤਾਂ ਚਾਹੇ ਇਹ ਜਿਸ ਤਰੀਕੇ ਨਾਲ ਮਰਜ਼ੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ ਤੇ ਕੰਪਲੇਂਟਸ ਦੇਖੋ ਆਲਰੇਡੀ ਕਾਫੀ ਪੈਂਡਿੰਗ ਨੇ ਤੇ ਕਾਫੀ ਕੁਝ ਟਾਈਮ ਦੇ ਵਿੱਚ ਕਾਫੀ ਜਿਹੜੇ ਸਕੂਲਾਂ ਨੂੰ ਸ਼ੋ ਕੋਜ਼ ਨੋਟਿਸ ਵੀ ਇਸ਼ੂ ਹੋ ਗਏ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਕੱਢਤਾ ਸੀ। ਜਿਹੜਾ ਟਰਾਂਸਪੋਰਟੇਸ਼ਨ ਫੀਸ ਨੂੰ ਲੈ ਕੇ ਜਿਹੜਾ ਪਿੱਛੇ ਡਿਸਪਿਊਟ ਚੱਲ ਰਿਹਾ ਸੀ ਕਾਫੀ ਦੇਰ ਤੋਂ, ਉਹਦੇ ਵਿੱਚ ਕੋਰਟ ਨੇ ਕਿਹਾ ਕਿ ਜਦੋਂ ਕੋਈ ਬੱਚੇ ਟਰਾਂਸਪੋਰਟੇਸ਼ਨ ਜਦ ਯੂਜ਼ ਹੀ ਨਹੀਂ ਕਰ ਰਹੇ ਤਾਂ ਇਸ ਕਰਕੇ ਟਰਾਂਸਪੋਰਟੇਸ਼ਨ ਫੀਸ ਕੋਈ ਚਾਰਜ ਕਰਨੀ ਨਹੀਂ ਬਣਦੀ ਤੇ ਹਾਈ ਕੋਰਟ ਨੇ ਉਸ ਦੇ ਉੱਤੇ ਟਰਾਂਸਪੋਰਟੇਸ਼ਨ ਫੀਸ ਦੇ ਉੱਤੇ ਰੋਕ ਲਗਾਤੀ। ਸਰਲ ਭਾਸ਼ਾ 'ਚ ਦੱਸੋ ਕਿ ਮਾਪਿਆਂ ਨੂੰ ਕਿਸ ਤਰ੍ਹਾਂ ਹੁਣ ਇਸ ਆਰਡਰ ਦੇ ਨਾਲ ਸਿੱਧੇ ਤੌਰ ਤੇ ਫਾਇਦਾ ਹੋਏਗਾ? ਇਸ ਟਾਈਮ ਦੇ ਮਹਾਮਾਰੀ ਦੇ ਟਾਈਮ ਦੇ ਵਿੱਚ ਵੀ 65 ਲੱਖ ਰੁਪਏ ਪ੍ਰੋਫਿਟ ਜਿਹੜਾ ਮਹੀਨੇ ਦਾ ਸਕੂਲ ਕਮਾ ਰਹੇ ਨੇ। ਤਾਂ ਜਦੋਂ ਹੁਣ ਇਹ ਬੈਲੈਂਸ ਸ਼ੀਟਾਂ ਆਉਣਗੀਆਂ ਹਾਈ ਕੋਰਟ ਤਾਂ ਆਪਣੇ ਆਪ ਜੋ ਮੈਨੇਜਮੈਂਟ ਜਿਸ ਤਰੀਕੇ ਨਾਲ ਗੁੰਮਰਾਹ ਕਰ ਰਹੇ ਸੀ ਕਿ ਸਾਡੇ ਕੋਲ ਪੈਸੇ ਨਹੀਂ ਦੇਣ ਨੂੰ, ਉਹ ਸਭ ਕੁਝ ਜਨਤਕ ਹੋ ਜਾਏਗਾ। ਕਾਫੀ ਜਿਹੜੇ ਸਕੂਲ ਨੇ ਉਹ ਹਜੇ ਵੀ ਆਪਣੀ ਮਨਮਾਨੀ ਜਿਹੜੀ ਦਿਖਾਉਂਦੇ ਨੇ, ਪੇਰੈਂਟਸ ਨੂੰ ਮਜਬੂਰ ਕਰਦੇ ਨੇ। ਜੇ ਹਜੇ ਵੀ ਸਕੂਲ ਵਾਲਿਆਂ ਨੇ ਇਹ ਹਾਈ ਕੋਰਟ ਦਾ ਆਰਡਰ ਨਹੀਂ ਮੰਨਦਾ ਤਾਂ ਪੇਰੈਂਟਸ ਦੇ ਕੋਲ ਕਿਹੜੇ ਰਸਤੇ ਨੇ, ਉਹ ਕੀ ਕਰ ਸਕਦੇ ਨੇ ਪੇਰੈਂਟਸ? ਬਟ ਨਾਲ ਫਿਰ ਹਾਈ ਕੋਰਟ ਵੀ ਹੈ ਤੇ ਜੇ ਕਿਸੇ ਨੂੰ ਵੀ ਕਿਸੇ ਤਰੀਕੇ ਦਾ ਇਸ਼ੂ ਹੈ ਤਾਂ ਉਹ ਹਾਈ ਕੋਰਟ ਅਪਰੋਚ ਕਰ ਸਕਦੇ ਨੇ। ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸਕੂਲ ਫੀਸਾਂ ਦੇ ਮੁੱਦੇ ਤੇ ਫੈਸਲਾ ਸੁਣਾਇਆ ਗਿਆ। ਪੇਰੈਂਟਸ ਦੇ ਹੱਕ ਦੇ ਵਿੱਚ ਜਿਹੜਾ ਫੈਸਲਾ ਆਇਆ ਕੱਲ, ਜਿਸ ਤਰ੍ਹਾਂ ਸਕੂਲ ਫੀਸਾਂ ਦਾ ਮੁੱਦਾ ਕਾਫੀ ਦੇਰ ਤੋਂ ਭਖਦਾ ਆ ਰਿਹਾ ਸੀ, ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਸੀਗਾ। ਸਾਡੇ ਨਾਲ ਇਸ ਸਮੇਂ ਐਡਵੋਕੇਟ ਫੈਰੀ ਸੋਫਰ ਜੀ ਮੌਜੂਦ ਨੇ, ਇਹਨਾਂ ਤੋਂ ਆਪਾਂ ਜਾਣਕਾਰੀ ਲੈਂਦੇ ਹਾਂ। ਫੈਰੀ ਜੀ, ਕੱਲ ਕੀ ਹਾਈ ਕੋਰਟ ਦੇ ਵਿੱਚ ਹੋਇਆ, ਕੀ ਫੈਸਲਾ ਸੁਣਾਇਆ ਕੱਲ ਹਾਈ ਕੋਰਟ ਨੇ? ਕੱਲ ਜਿਹੜੀ ਹਾਈ ਕੋਰਟ ਦੇ ਵਿੱਚ ਪੈਂਡਿੰਗ ਜਿਹੜੀ ਚੱਲੀ ਆ ਰਹੀ ਸੀ, ਡਿਵੀਜ਼ਨ ਬੈਂਚ ਦੇ ਕੋਲ ਜਿਹੜੀ ਅਪੀਲ ਫਾਈਲ ਕੀਤੀ ਸੀ, ਜਿਹੜਾ ਸਿੰਗਲ ਬੈਂਚ ਦਾ ਪਹਿਲਾਂ ਆਰਡਰ ਆਇਆ ਸੀ ਸਕੂਲ ਫੀਸਾਂ ਦੇ ਮੈਟਰ ਦੇ ਵਿੱਚ, ਤਾਂ ਉਹਨੂੰ ਅਸੀਂ ਹਾਈ ਕੋਰਟ ਦੇ ਵਿੱਚ ਡਿਵੀਜ਼ਨ ਬੈਂਚ ਦੇ ਕੋਲ ਚੈਲੰਜ ਕੀਤਾ ਹੋਇਆ। ਤਾਂ ਉਹਦੀ ਕੱਲ ਹੀਅਰਿੰਗ ਸੀ। ਹੀਅਰਿੰਗ ਦੇ ਵਿੱਚ ਪਹਿਲਾਂ ਹੀ ਆਲਰੇਡੀ ਇੰਟੈਰਿਮ ਆਰਡਰਸ ਪਹਿਲਾਂ ਪਾਸ ਹੋਏ ਹੋਏ ਸੀ ਕਿ ਕਿਸੇ ਵੀ ਜਿਹੜਾ ਵੀ ਕੋਈ ਸਟੂਡੈਂਟ ਜਾਂ ਪੇਰੈਂਟ ਜਿਹੜੇ ਨੇ ਜੇ ਕੋਈ ਕੰਪਲੇਂਟ ਫਾਈਲ ਕਰਦੇ ਨੇ ਅਸੀਂ ਫੀਸ ਦੇਣ ਦੇ ਵਿੱਚ ਅਸਮਰਥ ਹੈ ਤਾਂ ਉਹਨਾਂ ਨੂੰ ਸਕੂਲ ਦੇ ਵਿੱਚੋਂ ਨਾ ਕੱਢਿਆ ਜਾਵੇ ਤੇ ਇਹ ਆਲਰੇਡੀ ਆਰਡਰ ਸੀ। ਤੇ ਕੱਲ ਜਿਹੜਾ ਬਹੁਤ ਵੱਡਾ ਮਤਲਬ ਫੈਸਲਾ ਜਿਹੜਾ ਹਾਈ ਕੋਰਟ ਨੇ ਲਿੱਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਰਫ ਜਿਹੜੀ ਟਿਊਸ਼ਨ ਫੀਸ ਚਾਰਜ ਕੀਤੀ ਜਾਵੇ। ਟਿਊਸ਼ਨ ਫੀਸ ਦੇ ਵਿੱਚ ਵੀ ਸਪੈਸੀਫਿਕਲੀ ਜਿਹੜੀ ਸਾਡੀ ਡਿਮਾਂਡ ਸੀਗੀ ਕਿ ਕਾਫੀ ਜਿਹੜੇ ਸਕੂਲ ਸੀ ਉਹ ਆਨਲਾਈਨ ਕਲਾਸਿਸ ਨਾ ਲਗਾਉਣ ਦੇ ਬਾਵਜੂਦ ਵੀ ਫੀਸਾਂ ਚਾਰਜ ਕਰ ਰਹੇ ਨੇ। ਤਾਂ ਉਹਦੇ ਵਿੱਚ ਕੋਰਟ ਨੇ ਵੱਡਾ ਕੱਲ ਇੱਕ ਫੈਸਲਾ ਦਿੱਤਾ ਕਿ ਜਿਹੜੇ ਸਕੂਲਸ ਪਿਛਲੇ 7 ਮਹੀਨਿਆਂ ਤੋਂ ਜਿਹੜੇ ਆਨਲਾਈਨ ਕਲਾਸਿਸ ਦੇ ਰਹੇ ਨੇ ਸਿਰਫ ਉਹੀ ਫੀਸ ਚਾਰਜ ਕਰ ਸਕਦੇ ਨੇ ਤੇ ਉਹ ਵੀ ਡੇ ਟੂ ਡੇ ਬੇਸਿਸ ਜਿਹੜੀ ਡੇ ਟੂ ਡੇ ਬੇਸਿਸ ਦੇ ਉੱਤੇ ਜਿਹੜੀ ਟਿਊਸ਼ਨ ਕਲਾਸਿਸ ਲਗਾ ਰਹੇ ਨੇ। ਤੇ ਦੂਸਰਾ ਜਿਹੜਾ ਹਾਈ ਕੋਰਟ ਨੇ ਜਿਹੜਾ ਕੱਲ ਫੈਸਲਾ ਲਿੱਤਾ ਉਹਦੇ ਵਿੱਚ ਕਿ ਟੀਚਰਸ ਤੇ ਜਿਹੜੇ ਸਟਾਫ ਹੈ ਉਹਨਾਂ ਦੇ ਹੱਕ ਦੇ ਵਿੱਚ ਵੀ ਕਿ ਚਾਹੇ ਟੀਚਰ ਜਿਹੜੇ ਨੇ ਪਰਮਾਨੈਂਟ ਨੇ, ਚਾਹੇ ਟੈਂਪਰੇਰੀ, ਚਾਹੇ ਐਡਹੌਕ ਜਿਹੜੇ ਵੀ ਟੀਚਰਸ ਨੇ, ਕਿਸੇ ਵੀ ਟੀਚਰ ਦੀ ਜਿਹੜੀ ਸੈਲਰੀ ਜੋ 23 ਮਾਰਚ ਤੋਂ ਪਹਿਲਾਂ ਸੈਲਰੀ ਸੀ ਉਹਨਾਂ ਨੂੰ ਸੇਮ ਸੈਲਰੀ ਦਿੱਤੀ ਜਾਵੇ, ਕਿਸੇ ਦੀ ਜਿਹੜੀ ਉਹ ਨਾ ਰੋਕੀ ਜਾਵੇ। ਤੇ ਤੀਸਰਾ ਜਿਹੜਾ ਵੱਡਾ ਫੈਸਲਾ ਲਿੱਤਾ ਜਿਹੜਾ ਟਰਾਂਸਪੋਰਟੇਸ਼ਨ ਫੀਸ ਨੂੰ ਲੈ ਕੇ ਜਿਹੜਾ ਪਿੱਛੇ ਡਿਸਪਿਊਟ ਚੱਲ ਰਿਹਾ ਸੀ ਕਾਫੀ ਦੇਰ ਤੋਂ, ਉਹਦੇ ਵਿੱਚ ਹਾਈ ਕੋਰਟ ਨੇ ਕਿਹਾ ਕਿ ਜਦੋਂ ਕੋਈ ਬੱਚੇ ਟਰਾਂਸਪੋਰਟੇਸ਼ਨ ਜਦ ਯੂਜ਼ ਹੀ ਨਹੀਂ ਕਰ ਰਹੇ ਤਾਂ ਇਸ ਕਰਕੇ ਟਰਾਂਸਪੋਰਟੇਸ਼ਨ ਫੀਸ ਕੋਈ ਚਾਰਜ ਕਰਨੀ ਨਹੀਂ ਬਣਦੀ ਤੇ ਹਾਈ ਕੋਰਟ ਨੇ ਉਸ ਦੇ ਉੱਤੇ ਟਰਾਂਸਪੋਰਟੇਸ਼ਨ ਫੀਸ ਦੇ ਉੱਤੇ ਰੋਕ ਲਗਾਤੀ। ਚੌਥਾ ਜਿਹੜਾ ਸਭ ਤੋਂ ਮੇਨ ਜਿਹੜਾ ਇਹਦੇ ਵਿੱਚ ਵੱਡਾ ਜਿਹੜਾ ਫੈਸਲਾ ਹਾਈ ਕੋਰਟ ਨੇ ਕੱਲ ਲਿੱਤਾ, ਜਿਹਦੀ ਅਸੀਂ ਡੇ 1 ਤੋਂ ਜਦੋਂ ਸਿੰਗਲ ਬੈਂਚ ਤੇ ਵੀ ਚੱਲ ਰਿਹਾ ਸੀ ਤੇ ਡਿਮਾਂਡ ਕਰ ਰਹੇ ਸੀ ਕਿ ਐਸ ਪਰ ਜਿਹੜੇ ਐਕਟ ਨੇ 2016 ਦਾ ਐਕਟ ਹੈ ਜਿਹੜਾ
ਤੇ ਉਸ ਤੋਂ ਪਹਿਲਾਂ 2013 ਦੇ ਵਿੱਚ ਸੁਪਰੀਮ ਕੋਰਟ ਨੇ ਵੀ ਜਜਮੈਂਟ ਪਾਸ ਕੀਤੀ ਸੀ। ਉਹਦੇ ਵਿੱਚ ਕਿਹਾ ਸੀ ਜਿੰਨੇ ਵੀ ਇਹ ਸਕੂਲਸ ਨੇ ਇਹ ਆਪਣੀ ਬੈਲੈਂਸ ਸ਼ੀਟਾਂ ਜਿਹੜੀਆਂ ਨੇ ਤੇ ਪ੍ਰੋਫਿਟ ਐਂਡ ਲਾਸ ਅਕਾਊਂਟ ਇਹ ਸਾਰੇ ਜਨਤਕ ਕਰਨ। ਜੀ ਇਹ ਅੱਜ ਕੀ ਸੀ, ਗੁੰਮਰਾਹ ਕਰਦੇ ਜਾਂਦੇ ਸੀ, ਕੋਈ ਜਨਤਕ ਨਹੀਂ ਕਰਦੇ ਸੀਗੇ ਤੇ ਆਪਣੇ ਆਪਣੇ ਲੈਵਲ ਦੇ ਉੱਤੇ ਬੈਲੈਂਸ ਸ਼ੀਟਾਂ ਬਹੁਤ ਕਰੋੜਾਂ ਦੇ ਵਿੱਚ ਪ੍ਰੋਫਿਟ ਕਮਾ ਰਹੇ ਸੀ ਤੇ ਕਿਸੇ ਨੂੰ ਤੇ ਹਰ ਸਾਲ ਫੀਸਾਂ ਵੀ ਵਧਾਉਂਦੇ ਰਹਿੰਦੇ ਸੀ। ਤੇ ਹਾਂ ਇਸ ਹਾਈ ਕੋਰਟ ਨੇ ਹੁਣ ਆਰਡਰ ਕੀਤਾ ਕਿ 2 ਹਫ਼ਤਿਆਂ ਦੇ ਅੰਦਰ ਅੰਦਰ ਪਿਛਲੇ ਹਾਂ 7 ਮਹੀਨੇ ਦੀ ਜਿਹੜੀ ਬੈਲੈਂਸ ਸ਼ੀਟਾਂ ਨੇ ਕਿ ਤੁਹਾਡੇ ਕਿੰਨੇ ਖਰਚੇ ਹੋਏ ਨੇ, ਕਿੰਨੀ ਤੁਹਾਡੀ ਇਨਕਮ ਹੋਈ ਆ, ਉਹਦਾ ਸਾਰਾ ਜਿਹੜਾ ਬਿਊਰਾ ਸੀਏ ਦੀ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੀ ਹੈ 2 ਹਫ਼ਤੇ ਦੇ ਅੰਦਰ ਅੰਦਰ ਫਾਈਲ ਕਰੋ ਹਾਈ ਕੋਰਟ ਦੇ ਵਿੱਚ। ਸਰ ਹੁਣ ਮਾਪਿਆਂ ਨੂੰ ਇਸ ਫੈਸਲੇ ਦੇ ਨਾਲ ਕਿਸ ਤਰ੍ਹਾਂ ਅਸਰ ਹੋਏਗਾ? ਦਰਸ਼ਕ ਕਿਉਂਕਿ ਚਾਹੁੰਦੇ ਨੇ, ਕਿਉਂਕਿ ਉਹਨਾਂ ਨੂੰ ਕੋਰਟ ਦੇ ਜਿਹੜੇ ਆਰਡਰਸ ਹੁੰਦੇ ਨੇ ਉਹਨਾਂ ਨੂੰ ਕਈਆਂ ਨੂੰ ਨਹੀਂ ਸਮਝ ਆਉਂਦੇ। ਸਰਲ ਭਾਸ਼ਾ 'ਚ ਦੱਸੋ ਕਿ ਮਾਪਿਆਂ ਨੂੰ ਕਿਸ ਤਰ੍ਹਾਂ ਹੁਣ ਇਸ ਆਰਡਰ ਦੇ ਨਾਲ ਸਿੱਧੇ ਤੌਰ ਤੇ ਫਾਇਦਾ ਹੋਏਗਾ? ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਉਹਨਾਂ ਮਾਪਿਆਂ ਨੂੰ ਫਾਇਦਾ ਹੋਏਗਾ ਜਿਹੜੇ ਕੀ ਕਹਿੰਦੇ ਮੁੱਦਾ ਚੱਕ ਰਹੇ ਸੀ ਕਿ ਸਾਡੇ ਤਾਂ ਆਨਲਾਈਨ ਕਲਾਸਿਸ ਵੀ ਨਹੀਂ ਲੱਗ ਰਹੀਆਂ, ਕਿ ਸਕੂਲ ਫੀਸ ਚਾਰਜ ਕਰ ਰਿਹਾ। ਉਹਨਾਂ ਉੱਤੇ ਕੋਰਟ ਨੇ ਸਪੈਸੀਫਿਕਲੀ ਕਹਿਤਾ ਕਿ ਸਿਰਫ ਫੀਸ ਉਸ ਟਾਈਮ ਦੀ ਦਿੱਤੀ ਲੈ ਸਕਦੇ ਨੇ, ਉਹ ਵੀ ਟਿਊਸ਼ਨ ਫੀਸ ਜਿਸ ਟਾਈਮ ਦੇ ਵਿੱਚ ਕਲਾਸਾਂ ਲੱਗੀਆਂ ਨੇ। ਤੇ ਕਲਾਸਿਸ ਵੀ ਵਰਡ ਜਿਹੜਾ ਯੂਜ਼ ਕੀਤਾ ਡੇ ਟੂ ਡੇ ਬੇਸਿਸ, ਕਿ ਜਿਹਦੇ ਵਿੱਚ ਜਿਹੜੀ ਡੇ ਟੂ ਡੇ ਬੇਸਿਸ ਜਿਹੜੇ ਰੈਗੂਲਰ ਜਿਹੜੇ ਕਲਾਸਿਸ ਲਗਾ ਰਹੇ ਨੇ ਸਿਰਫ ਤੇ ਉਸ ਹਿਸਾਬ ਦੇ ਨਾਲ ਫੀਸ ਚਾਰਜ ਕਰ ਸਕਦੇ ਨੇ। ਤਾਂ ਇਹਨਾਂ ਲਈ ਸਭ ਤੋਂ ਪਹਿਲਾਂ ਤਾਂ ਜਿਹੜੇ ਮਾਪੇ ਜਿਹੜੇ ਹੁਣ ਤੱਕ ਮਤਲਬ ਸ਼ਿਕਾਇਤ ਕਰ ਰਹੇ ਸੀ ਵੀ ਸਾਡੇ ਤੱਕ ਕਲਾਸਿਸ ਕਈਆਂ ਦੀ ਜੁਲਾਈ 'ਚ ਸ਼ੁਰੂ ਹੋਈ ਹੈ ਜਾਂ ਕਿਸੇ ਦੀ ਅਗਸਤ ਦੇ ਵਿੱਚ ਸ਼ੁਰੂ ਹੋਈ ਹੈ ਤੇ ਫੀਸ ਜਿਹੜੀ ਆ ਉਹ ਅਪ੍ਰੈਲ ਤੋਂ ਚਾਰਜ ਕਰ ਰਹੇ ਨੇ, ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਉਹਨਾਂ ਨੇ ਜਿਹੜੀ ਫੀਸਾਂ ਆਲਰੇਡੀ ਪੇ ਕੀਤੀਆਂ ਹੋਈਆਂ ਨੇ ਉਹ ਸਕੂਲ ਜਿਹੜੇ ਨੇ ਉਹ ਚਾਰਜ ਨਹੀਂ ਕਰ ਸਕਦੇ। ਦੂਸਰਾ ਇਸ ਤੋਂ ਇਲਾਵਾ ਜਿਹੜਾ ਕਿ ਪਹਿਲਾਂ ਜਿਹੜਾ ਇਸ਼ੂ ਚੱਲ ਰਿਹਾ ਸੀ ਟਰਾਂਸਪੋਰਟੇਸ਼ਨ ਫੀਸ ਨੂੰ ਲੈ ਕੇ, ਕਿ ਟਰਾਂਸਪੋਰਟੇਸ਼ਨ ਫੀ ਉਹਦੇ ਉੱਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਹੈ। ਤੇ ਜਿਹੜਾ ਸਭ ਤੋਂ ਵੱਧ ਜਿੱਥੋਂ ਫਾਇਦਾ ਪਹੁੰਚੇਗਾ ਉਹ ਹੋਏਗਾ ਜਦੋਂ ਇਹਨਾਂ ਦੀਆਂ ਬੈਲੈਂਸ ਸ਼ੀਟਾਂ ਜਨਤਕ ਹੋਣਗੀਆਂ, ਜਦੋਂ 2 ਹਫ਼ਤੇ ਦੇ ਅੰਦਰ ਇਹ ਬੈਲੈਂਸ ਸ਼ੀਟਾਂ। ਕਿਉਂਕਿ ਦੇਖੋ ਨਾਰਮਲ ਜਿਹੜੇ ਸਕੂਲ ਨੇ ਉਹਨਾਂ ਦੀ ਜਿਹੜੀ ਫੀਸਾਂ ਨੇ ਟਿਊਸ਼ਨ ਫੀਸ 3 ਤੋਂ 5,000 ਜਿਹੜੀ ਆ ਨਾਰਮਲ ਟਿਊਸ਼ਨ ਫੀਸ ਹੈ। ਜੇ 5,000 ਵਾਲੇ ਜਿਹਦੀ 5,000 ਫੀਸ ਆ ਉੱਥੇ 2,000 ਬੱਚਾ ਪੜ੍ਹਦਾ ਤਾਂ 1 ਕਰੋੜ ਮਹੀਨੇ ਦਾ ਜਿਹੜੀ ਆ ਉਹਨਾਂ ਦੀ ਇਨਕਮ ਸਿਰਫ ਟਿਊਸ਼ਨ ਫੀਸਾਂ ਤੋਂ ਹੈ। 1 ਕਰੋੜ ਖਰਚੇ ਜਿਹੜੇ ਨੇ ਜੇ ਸੈਲਰੀਆਂ ਸਾਰੀਆਂ ਪਾ ਪੂ ਕੇ ਵੀ 30-35 ਲੱਖ ਤੋਂ ਉੱਤੇ ਖਰਚੇ ਨਹੀਂ ਬਣਨਗੇ ਕੋਈ ਖਰਚੇ ਪਾ ਕੇ ਸਕੂਲ ਦੇ। ਤੇ ਇਹ ਇਸ ਟਾਈਮ ਦੇ ਮਹਾਮਾਰੀ ਦੇ ਟਾਈਮ ਦੇ ਵਿੱਚ ਵੀ 60-60 65 ਲੱਖ ਰੁਪਏ ਪ੍ਰੋਫਿਟ ਜਿਹੜਾ ਮਹੀਨੇ ਦਾ ਸਕੂਲ ਕਮਾ ਰਹੇ ਨੇ। ਤਾਂ ਜਦੋਂ ਹੁਣ ਇਹ ਬੈਲੈਂਸ ਸ਼ੀਟਾਂ ਆਉਣਗੀਆਂ ਹਾਈ ਕੋਰਟ ਤਾਂ ਆਪਣੇ ਆਪ ਜੋ ਮੈਨੇਜਮੈਂਟ ਜਿਸ ਤਰੀਕੇ ਨਾਲ ਗੁੰਮਰਾਹ ਕਰ ਰਹੇ ਸੀ ਕਿ ਸਾਡੇ ਕੋਲ ਪੈਸੇ ਨਹੀਂ ਦੇਣ ਨੂੰ, ਉਹ ਸਭ ਕੁਝ ਜਨਤਕ ਹੋ ਜਾਏਗਾ। ਫੈਰੀ ਜੀ, ਜਿਸ ਤਰ੍ਹਾਂ ਕਈ ਪੇਰੈਂਟਸ ਨੇ ਫੀਸ ਸਾਰੀ ਦੇ ਵੀ ਦਿੱਤੀ ਹੋਏਗੀ ਜੋ ਜੋ ਸਕੂਲਾਂ ਨੇ ਮੰਗ ਕੀਤੀਆਂ ਹੋਣਗੀਆਂ, ਜਿਸ ਤਰ੍ਹਾਂ ਐਨੂਅਲ ਚਾਰजेस ਹੁੰਦੇ ਨੇ, ਬਿਲਡਿੰਗ ਫੰਡ ਹੁੰਦੇ, ਡਿਵੈਲਪਮੈਂਟ ਚਾਰजेस ਹੁੰਦੇ ਨੇ, ਜਿਹੜੇ ਪੇਰੈਂਟਸ ਨੇ ਉਹ ਫੀਸਾਂ ਭਰ ਦਿੱਤੀਆਂ ਹੋਣਗੀਆਂ ਉਹਨਾਂ ਦਾ ਕੀ ਹੋਏਗਾ? ਉਹਨਾਂ ਦੇ ਪੈਸੇ ਗਏ? ਨਹੀਂ ਨਹੀਂ, ਇਹ ਗਏ ਨਹੀਂ ਪੈਸੇ, ਕੋਈ ਵੀ ਨਹੀਂ, ਕਿਸੇ ਸਾਰਿਆਂ ਦੇ ਪੈਸੇ ਉਹ ਸੇਫ ਨੇ। ਉਹ ਅੱਗੇ ਐਡਜਸਟਮੈਂਟਸ ਹੋ ਜਾਣਗੀਆਂ ਇਹਨਾਂ ਦੀਆਂ, ਜਾਂ ਜੇ ਜ਼ਿਆਦਾ ਕੁਝ ਫੀਸ ਗਈ ਹੋਇਆ ਤਾਂ ਉਹਦੇ ਵਿੱਚ ਅਸੀਂ ਮਤਲਬ ਇਸ ਚੀਜ਼ ਲਈ ਵੀ ਲੜਾਂਗੇ ਕਿ ਉਹਨਾਂ ਦੀ ਫੀਸਾਂ ਰਿਫੰਡ ਕੀਤੀਆਂ ਜਾਣ। ਫਿਰ ਜੀ ਜਿਸ ਤਰ੍ਹਾਂ ਹੁਣ ਸਕੂਲ ਵਾਲਿਆਂ ਨੇ ਅੱਜ ਕੱਲ ਕੀ ਕਾਫੀ ਖਬਰਾਂ ਇਹ ਸੁਣਨ ਨੂੰ ਮਿਲਦੀਆਂ ਨੇ ਕਿ ਜਿਸ ਤਰ੍ਹਾਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਪਹਿਲਾਂ ਟਿਊਸ਼ਨ ਫੀਸ ਲਓ, ਤਾਂ ਸਕੂਲ ਵਾਲੇ ਕਾਫੀ ਸਕੂਲ ਵਾਲਿਆਂ ਨੇ ਆਪਣੀਆਂ ਟਿਊਸ਼ਨ ਫੀਸ ਹੀ ਵਧਾ ਦਿੱਤੀਆਂ ਸੀਗੀਆਂ ਕਿ ਸਾਰਾ ਕੁਝ ਹੀ ਉਸ ਦੇ ਵਿੱਚ ਜੋ ਫੰਡ ਹੁੰਦੇ ਨੇ ਇਹਨਾਂ ਦੇ ਉਸ ਦੇ ਵਿੱਚ ਹੀ ਇਨਕਲੂਡ ਕਰਕੇ ਟਿਊਸ਼ਨ ਫੀਸ ਉਹਨੂੰ ਬਣਾਤੀ ਸੀ। ਉਸ ਤੇ ਫਿਰ ਕਿਸ ਤਰ੍ਹਾਂ ਨੱਥ ਪਾਈ ਜਾਏਗੀ? ਦੇਖੋ ਇਹਦੇ ਵਿੱਚ ਪਹਿਲਾਂ ਹੀ ਜਿਹੜਾ ਸਿੰਗਲ ਬੈਂਚ ਦਾ ਵੀ ਜੋ ਆਰਡਰ ਸੀਗਾ ਤੇ ਗਵਰਨਮੈਂਟ ਦੀ ਵੀ ਜਿਹੜੀ ਨੋਟੀਫਿਕੇਸ਼ਨ ਆਈਆਂ ਸੀ ਉਹ ਸੀ ਜੋ ਫੀਸਾਂ ਇਹ 2019-20 ਦੇ ਵਿੱਚ ਚਾਰਜ ਕਰ ਰਹੇ ਸੀ ਉਹੀ ਫੀਸਾਂ 2020-21 ਦੇ ਵਿੱਚ ਹੋਣਗੀਆਂ। ਤਾਂ ਜਿਹੜੇ ਇਹਨਾਂ ਦੀ ਫੀਸ ਸਟਰਕਚਰ ਪਹਿਲਾਂ ਦੇ ਸੀ ਇਹ ਉਸ ਤੋਂ ਵੱਧ 1 ਰੁਪਿਆ ਫੀਸ ਅੱਗੇ ਵੱਧ ਨਹੀਂ ਚਾਰਜ ਕਰ ਸਕਦੇ। ਤਾਂ ਚਾਹੇ ਇਹ ਜਿਸ ਤਰੀਕੇ ਨਾਲ ਮਰਜ਼ੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨ, ਤੇ ਕੰਪਲੇਂਟਸ ਦੇਖੋ ਆਲਰੇਡੀ ਕਾਫੀ ਪੈਂਡਿੰਗ ਨੇ ਤੇ ਕਾਫੀ ਕੁਝ ਟਾਈਮ ਦੇ ਵਿੱਚ ਕਾਫੀ ਜਿਹੜੇ ਸਕੂਲਾਂ ਨੂੰ ਸ਼ੋ ਕਾਜ਼ ਨੋਟਿਸ ਵੀ ਇਸ਼ੂ ਹੋ ਗਏ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਕੱਢਤਾ ਸੀ, ਤੇ ਕੁਝ ਸਕੂਲਾਂ ਦੇ ਤਾਂ ਜਿਵੇਂ ਐਨਓਸੀ ਵਗੈਰਾ ਐਫੀਲੀਏਸ਼ਨ ਵੀ ਕੈਂਸਲ ਹੋ ਗਈਆਂ ਹੋਈਆਂ ਨੇ, ਜੋ ਮਤਲਬ ਆ ਕੁਝ ਟਾਈਮ ਦੇ ਵਿੱਚ ਸਿਰਫ ਇਹੀ ਕਰਕੇ ਕਿ ਉਹਨਾਂ ਨੇ ਬੱਚਿਆਂ ਨੂੰ ਸਕੂਲਾਂ ਤੋਂ ਕੱਢਤਾ ਸੀ। ਫੈਰੀ ਜੀ, ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਆਰਡਰ ਹੈ ਇੰਟੈਰਿਮ ਆਰਡਰ ਹੈ, ਅੱਗੇ ਹੁਣ ਕੀ ਇਸ ਤੋਂ ਬਾਅਦ ਹੋਏਗਾ? ਦੇਖੋ ਇਹਦੇ ਵਿੱਚ ਨੈਕਸਟ ਡੇਟ ਜਿਹੜੀ ਆ 12 ਨਵੰਬਰ ਹੈ ਤੇ ਉਹ ਫਾਈਨਲ ਹੀਅਰਿੰਗ ਦੇ ਲਈ ਹੀ ਰੱਖਿਆ ਗਿਆ। ਤੇ ਦੇਖੋ ਆਹ ਜਿਹੜੇ ਆਰਡਰਸ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਲੋਕ ਮਤਲਬ ਜਿਹੜੇ ਪੇਰੈਂਟਸ ਦੇ ਹੱਕ ਦੇ ਵਿੱਚ ਆਰਡਰ ਆਉਣ ਦੀ ਉਹਦੇ ਵਿੱਚ ਕਾਫੀ ਉਮੀਦ ਹੈ। ਦੂਜੇ ਪੱਖ ਵੱਲੋਂ ਸਕੂਲਾਂ ਦੇ ਜਿਹੜੇ ਪੱਖੀ ਵਕੀਲ ਸੀਗੇ ਉਹਨਾਂ ਵੱਲੋਂ ਕੀ ਆਰਗੂਮੈਂਟਸ ਕੋਰਟ ਦੇ ਵਿੱਚ ਪੇਸ਼ ਕੀਤੇ ਜਾ ਰਹੇ ਸੀ ਆਪਣੇ ਪੱਖ ਤੇ? ਸ਼ੁਰੂ ਤੋਂ ਹੀ ਇਹੀ ਗਰਾਊਂਡ ਲੈ ਰਹੇ ਨੇ ਕਿ ਅਸੀਂ ਸਾਰੀਆਂ ਫੀਸਾਂ ਪੇ ਕਰਨੀਆਂ, ਅਸੀਂ ਜਿਹੜੇ ਸੈਲਰੀਜ਼ ਪੇ ਕਰਨੀ ਹੈ, ਸੈਲਰੀਜ਼ ਹੈ, ਫਿਰ ਸਾਡਾ ਜਿਹੜਾ ਬਿਲਡਿੰਗ ਨੂੰ ਚਲਾਉਣ ਦਾ ਜਿਹੜਾ ਬਿਲਡਿੰਗ ਚਾਹੇ
ਯੂਜ਼ ਨਹੀਂ ਹੋ ਰਹੀ ਬਟ ਉਹਦੇ ਉੱਤੇ ਖਰਚਾ ਆਲਰੇਡੀ ਪੈ ਰਿਹਾ, ਸਾਡੇ ਬਿਜਲੀ ਦੇ ਫਿਕਸ ਚਾਰਜ ਪੈ ਰਹੇ ਨੇ, ਤਾਂ ਉਹੀ ਉਹ ਖਰਚਿਆਂ ਦੇ ਉੱਤੇ ਹੀ ਰੌਲਾ ਪਾ ਰਹੇ ਨੇ ਕਿ ਅਸੀਂ ਸਾਡਾ ਖਰਚਾ ਜਿਹੜਾ ਵੀ ਸਾਡਾ ਖਰਚਾ ਨਹੀਂ ਚੱਲ ਰਿਹਾ। ਤਾਂ ਹੀ ਇਸ ਕਰਕੇ ਦੇਖੋ ਪਹਿਲਾਂ ਜਦੋਂ ਸਿੰਗਲ ਬੈਂਚ ਦਾ ਆਰਡਰ ਆਇਆ ਸੀਗਾ ਤੇ ਉਹਦੇ ਵਿੱਚ ਉਹ ਤੋਂ ਬਾਅਦ ਜਦੋਂ ਪਹਿਲਾਂ ਇੰਟੈਰਿਮ ਆਰਡਰ ਆਇਆ ਸੀ ਪਿਛਲਾ, ਤੇ ਉਹਦੇ ਵਿੱਚ ਇਹ ਸੀ ਪੇਰੈਂਟਸ ਜਾ ਕੇ ਆਪਣੀ ਆਪਣੀ ਜਿਹੜੀ ਅਕਾਊਂਟ ਸਟੇਟਮੈਂਟਸ ਨੇ ਉਹ ਜਾ ਕੇ ਡੀਈਓ ਕੋਲ ਲੈ ਕੇ ਜਾਣ ਜਾਂ ਸਕੂਲ ਦੇ ਕੋਲ ਲੈ ਕੇ ਜਾਣ ਤੇ ਆਪਣੀ ਦਿਖਾਣ ਕਿ ਸਾਡੇ ਕੋਲ ਦੇਖੋ ਅਕਾਊਂਟ ਦੇ ਵਿੱਚ ਪੈਸੇ ਨਹੀਂ ਆ, ਸਾਡੀ ਸੈਲਰੀ ਨਹੀਂ ਆ ਰਹੀ। ਤੇ ਜੋ ਜਿਸ ਚੀਜ਼ ਦਾ ਅਸੀਂ ਕਾਫੀ ਉਸ ਟਾਈਮ ਤੋਂ ਵੀ ਅਪੋਜ਼ ਕਰ ਰਹੇ ਸੀ, ਤੇ ਹੁਣ ਜਿਹੜਾ ਬੈਲੈਂਸ ਸ਼ੀਟਾਂ ਜਿਹੜੀਆਂ ਨੇ ਸਕੂਲਾਂ ਦੀਆਂ ਮੰਗ ਲਈਆਂ ਗਈਆਂ ਨੇ, ਜਿਹਦੇ ਨਾਲ ਇਹਨਾਂ ਦਾ ਸਾਰਾ ਜਿਹੜਾ ਚਿੱਠਾ ਜਿਹੜਾ ਬਾਰ-ਬਾਰ ਕਹਿ ਰਹੇ ਨੇ ਸਾਡੇ ਇੰਨੇ ਖਰਚੇ ਨੇ ਵੀ ਇੰਨੇ ਖਰਚਿਆਂ ਨਾਲ ਸਕੂਲ ਨਹੀਂ ਚੱਲ ਰਿਹਾ, ਤੇ ਉਹ ਆਲਰੇਡੀ ਜਦ ਜਨਤਕ ਹੋ ਜਾਏਗਾ ਤਾਂ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰਾ ਹੋ ਜਾਏਗਾ ਵੀ ਕਿਵੇਂ ਕਿੰਨਾ ਪ੍ਰੋਫਿਟ ਕਮਾ ਰਹੇ ਨੇ ਜਾਂ ਕੀ ਲਾਸ 'ਚ ਜਾ ਰਹੇ ਨੇ। ਦੂਸਰੀ ਜਿਹੜੀ ਮੇਨ ਗੱਲ ਹੈ, ਕੋਰਟ ਨੇ 7 ਮਹੀਨਿਆਂ ਦੀ ਸਟੇਟਮੈਂਟ ਮੰਗੀ ਆ, ਉਹਦੇ ਵੀ 30 ਸਤੰਬਰ ਤੋਂ ਪਿਛਲੇ 7 ਮਹੀਨਿਆਂ ਦੀ, ਇਹਦੇ ਵਿੱਚ ਮਾਰਚ ਦੀ ਸਟੇਟਮੈਂਟ ਵੀ ਨਾਲ ਮੰਗੀ ਹੈ। ਤਾਂ ਮਾਰਚ ਜੋ ਹੁਣ ਖਰਚੇ 23 ਮਾਰਚ ਤੱਕ ਜੋ ਖਰਚੇ ਵਗੈਰਾ ਕੀਤੇ ਨੇ ਉਹ ਤਾਂ ਹੁਣ ਲੁਕੇ ਨਹੀਂ ਰਹਿ ਸਕਦੇ। ਤਾਂ ਇਸ ਕਰਕੇ ਕਾਫੀ ਹੁਣ ਉਮੀਦ ਹੈ ਕਿ ਇਹਦੇ ਨਾਲ ਸ਼ਾਇਦ ਹੋਰ ਟਿਊਸ਼ਨ ਫੀਸਾਂ ਜਿਹੜੀਆਂ ਨੇ ਉਹ ਵੀ ਹੋਰ ਘਟਣ ਦੀ ਉਮੀਦ ਹੈ। ਫੈਰੀ ਜੀ, ਜੇਕਰ ਆਪਾਂ ਗੱਲ ਕਰੀਏ ਤਾਂ ਕਾਫੀ ਜਿਹੜੇ ਸਕੂਲ ਨੇ ਉਹ ਹਜੇ ਵੀ ਆਪਣੀ ਮਨਮਾਨੀ ਜਿਹੜੀ ਦਿਖਾਉਂਦੇ ਨੇ, ਪੇਰੈਂਟਸ ਨੂੰ ਮਜਬੂਰ ਕਰਦੇ ਨੇ। ਜੇ ਹਜੇ ਵੀ ਸਕੂਲ ਵਾਲਿਆਂ ਨੇ ਇਹ ਹਾਈ ਕੋਰਟ ਦਾ ਆਰਡਰ ਨਹੀਂ ਮੰਨਦਾ ਤਾਂ ਪੇਰੈਂਟਸ ਦੇ ਕੋਲ ਕਿਹੜੇ ਰਸਤੇ ਨੇ, ਉਹ ਕੀ ਕਰ ਸਕਦੇ ਨੇ ਪੇਰੈਂਟਸ ਦੇ ਕੋਲ ਸਭ ਤੋਂ ਪਹਿਲਾ ਰਸਤਾ ਤਾਂ ਹੈ ਕਿ ਡੀਈਓ ਨੂੰ ਅਪਰੋਚ ਕਰਨ। ਜੇ ਡੀਈਓ ਨਹੀਂ ਕੁਝ ਕਰ ਰਹੇ ਤਾਂ ਅੱਗੇ ਫਿਰ ਹੋਰ ਅਥਾਰਟੀਜ਼ ਨੇ, ਡੀਸੀ ਫਿਰ ਸੈਕਟਰੀ ਕੋਲ ਅਪਰੋਚ ਕਰ ਸਕਦੇ ਨੇ। ਬਟ ਨਾਲ ਫਿਰ ਹਾਈ ਕੋਰਟ ਵੀ ਹੈ, ਤੇ ਜੇ ਕਿਸੇ ਨੂੰ ਵੀ ਕਿਸੇ ਤਰੀਕੇ ਦਾ ਇਸ਼ੂ ਹੈ ਤਾਂ ਉਹ ਹਾਈ ਕੋਰਟ ਅਪਰੋਚ ਕਰ ਸਕਦੇ ਨੇ। ਕੋਈ ਵੀ ਜੇ ਸਕੂਲ ਮਨਮਾਨੀ ਕਰ ਰਿਹਾ ਤੇ ਕਾਫੀ ਹੱਦ ਤੱਕ ਕਾਫੀ ਸਕੂਲਾਂ ਨੂੰ ਸ਼ੋਕੋਜ਼ ਨੋਟਿਸ ਇਸ ਕਾਰਨ ਕਿ ਉਹਨਾਂ ਨੇ ਸਕੂਲਾਂ 'ਚੋਂ ਬੱਚਿਆਂ ਨੂੰ ਕੱਢਤਾ। ਲੁਧਿਆਣੇ ਦੇ ਹੀ ਮੇਰੇ ਜੋ ਸੁਣਨ 'ਚ ਆਏ ਸੀ 4 ਸਕੂਲਾਂ ਤਾਂ ਲੁਧਿਆਣੇ ਦੇ ਹੀ ਸਿਰਫ ਸ਼ੋਕੋਜ਼ ਨੋਟਿਸ ਇਸ਼ੂ ਹੋ ਚੁੱਕੇ ਹਨ। ਤੇ ਜੇਕਰ ਆਪਾਂ ਗੱਲ ਕਰੀਏ 12 ਨਵੰਬਰ ਨੂੰ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਫਾਈਨਲ ਜਿਹੜੇ ਆਰਡਰਸ ਆਣਗੇ, ਜਿਹੜਾ ਇਹ ਹੁਣ ਇੰਟੈਰਿਮ ਆਰਡਰ ਆਇਆ, ਕੀ ਲੱਗਦਾ ਕਿ ਇਹੀ ਫਾਈਨਲ ਆਰਡਰ ਵੀ ਹੋਏਗਾ ਜਾਂ ਉਲਟਾ ਵੀ ਹੋ ਸਕਦਾ ਇਸ ਤੋਂ? ਨਹੀਂ, ਦੇਖੋ ਸਾਨੂੰ ਉਮੀਦ ਜਿਹੜੀ ਹੈ ਕਿ ਇਹਦੇ ਵਿੱਚ ਹੋਰ ਵੀ ਪੇਰੈਂਟਸ ਲਈ ਵਧੀਆ ਆਰਡਰਸ ਇਹਦੇ ਵਿੱਚ ਪਾਸ ਹੋਣਗੇ, ਇਸ ਤੋਂ ਵੀ ਵਧੀਆ ਹੋਰ ਆਰਡਰਸ ਆਉਣਗੇ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਐਡਵੋਕੇਟ ਫੈਰੀ ਸੋਫਤ ਜੀ, ਜਿਨ੍ਹਾਂ ਨੇ ਦੱਸਿਆ ਕਿ ਕੱਲ ਹਾਈ ਕੋਰਟ ਵੱਲੋਂ ਜੋ ਇੰਟੈਰਿਮ ਆਰਡਰ ਦਿੱਤਾ ਗਿਆ ਮਾਪਿਆਂ ਦੇ ਹੱਕ ਦੇ ਵਿੱਚ ਦਿੱਤਾ ਗਿਆ। ਮਾਪਿਆਂ ਨੂੰ ਹੁਣ ਪੂਰੇ ਸਕੂਲ ਦੀ ਫੀਸ ਜਿਹੜੀ ਆ ਭਰਨ ਦੀ ਨਹੀਂ ਜ਼ਰੂਰਤ। ਜਿਹੜੇ ਸਕੂਲ ਵਾਲਿਆਂ ਨੇ ਆਨਲਾਈਨ ਕਲਾਸਾਂ ਲਗਾਈਆਂ ਨੇ ਉਹਨਾਂ ਦੇ ਕਲਾਸਾਂ ਦੇ ਹਿਸਾਬ ਦੇ ਨਾਲ ਹੀ ਜਿਹੜੇ ਮਾਪਿਆਂ ਤੋਂ ਪੈਸੇ ਵਸੂਲ ਸਕਣਗੇ। ਤਾਂ ਵਧੇਰੇ ਅਪਡੇਟਸ ਦੇ ਸਾਡੇ ਨਾਲ ਜੁੜੇ ਰਹੋ। ਲੁਧਿਆਣਾ ਤੋਂ ਸਰਮਜੀਤ ਸਿੰਘ, ਲੁਧਿਆਣਾ ਟਾਈਮ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।